ਪੰਜਾਬੀ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਪੰਜਾਬੀ ਦੀਆਂ ਕਲਾਸਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ, ਲਾਈਕ ਵੀ ਕਰ ਰਹੇ ਹੋ ਔਰ ਸ਼ੇਅਰ ਵੀ ਕਰ ਰਹੇ ਹੋ। ਇਸ ਕਰਕੇ ਹੀ ਮੈਨੂੰ ਹੋਰ ਜ਼ਿਆਦਾ ਹੌਸਲਾ ਮਿਲਦਾ ਹੈ ਔਰ ਮੈਂ ਜਲਦ ਤੋਂ ਜਲਦ ਪੰਜਾਬੀ ਵਿਸ਼ੇ ਦੀਆਂ ਜੋ ਵੀਡੀਓ ਹੈ ਉਹਨਾਂ ਨੂੰ YouTube 'ਤੇ ਅਪਲੋਡ ਕਰਦਾ ਹਾਂ ਤਾਂ ਕਿ ਉਹ ਤੁਹਾਡੇ ਲਈ ਕੁਝ ਨਾ ਕੁਝ ਸਿੱਖਣ ਦੇ ਵਿੱਚ ਉਹ ਵੀਡੀਓ ਤੁਹਾਡੇ ਲਈ ਸਹਾਈ ਹੋਣ। ਤਾਂ ਅੱਜ ਦੀ ਜੋ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ, ਗੱਲਬਾਤ ਕਰਾਂਗੇ, ਉਹ ਹੈ ਜੋ ਆਪਾਂ ਨੂੰ ਰਾਜਸਥਾਨ ਅਜਮੇਰ ਬੋਰਡ ਦੇ ਵਿੱਚ 12ਵੀਂ ਕਲਾਸ ਨੂੰ ਪੰਜਾਬੀ ਦੀ ਬੁੱਕ ਲੱਗਦੀ ਹੈ, ਪੰਜਾਬੀ ਕਾਵ ਧਾਰਾ ਭਾਗ ਦੂਜਾ, ਉਹਦੇ ਵਿੱਚ ਚੌਥੀ ਕਵਿਤਾ ਹੈ। ਇਸ ਤੋਂ ਪਹਿਲਾਂ ਆਪਾਂ 3 ਕਵਿਤਾਵਾਂ ਦੀ ਵੀਡੀਓ ਤੁਸੀਂ ਦੇਖ ਲਈ ਹੋਣੀ। ਪਹਿਲਾਂ ਭਾਈ ਵੀਰ ਸਿੰਘ ਜੀ ਦੀ, ਫਿਰ ਪ੍ਰੋਫੈਸਰ ਪੂਰਨ ਸਿੰਘ ਜੀ ਦੀ, ਔਰ ਉਸ ਤੋਂ ਬਾਅਦ ਜੋ ਤੀਸਰੀ ਕਵਿਤਾ ਸੀਗੀ, ਜੋ ਆਪਣੀ ਤੀਸਰੀ ਕਵਿਤਾ ਸੀ ਉਹ ਸੀ ਧਨੀ ਰਾਮ ਚਰਿਤ੍ਰਿਕ ਜੀ ਦੀ। ਆਪਾਂ ਇਹਨਾਂ ਤਿੰਨਾਂ ਦੀ ਵੀਡੀਓ YouTube 'ਤੇ ਅਪਲੋਡ ਕਰ ਦਿੱਤੀ ਸੀ, ਤੁਸੀਂ ਸਾਰਿਆਂ ਨੇ ਉਹ ਦੇਖ ਲਈ ਹੋਣੀ। ਅੱਜ ਦੀ ਇਸ ਕਲਾਸ ਦੇ ਵਿੱਚ ਜੋ ਆਪਾਂ ਚਰਚਾ ਕਰਾਂਗੇ ਉਹ ਹੈ ਚੌਥੀ ਕਵਿਤਾ, ਜਿਸ ਦੇ ਕਵੀ ਹੈ ਬਾਬੂ ਫਿਰੋਜ਼ਦੀਨ ਸਰਫ। ਤਾਂ ਸਭ ਤੋਂ ਪਹਿਲਾਂ ਤਾਂ ਇੱਕ ਕਵੀ ਦਾ ਬਾਇਓਡੇਟਾ ਦਿੱਤਾ ਹੋਇਆ ਹੈ, ਜਿਵੇਂ ਕਿ ਜੋ ਬਾਬੂ ਫਿਰੋਜ਼ਦੀਨ ਸਰਫ ਹੈ ਇਹ ਪੰਜਾਬੀ ਜਗਤ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਕਵੀ ਸੀ, ਜਿਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਜਗਤ ਦੇ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦੀਆਂ ਹੈ। ਇਹਨਾਂ ਦੀਆਂ ਰਚਨਾਵਾਂ ਇੱਕ ਵਿਸ਼ੇਸ਼ ਸਥਾਨ ਰੱਖਣ ਕਰਕੇ ਇਹਨਾਂ ਦੀ ਬੋਲੀ ਦੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦਾ ਆਪਾਂ ਨੂੰ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਇਸ ਕਰਕੇ ਬਾਬੂ ਫਿਰੋਜ਼ਦੀਨ ਸਰਫ ਨੂੰ ਪੰਜਾਬ ਦੀ ਬੁਲਬੁਲ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦੇ ਜਨਮ ਦੇ ਬਾਰੇ ਦੱਸਿਆ ਹੈ ਕਿ ਇਹਨਾਂ ਦਾ ਜਨਮ 1898 ਈਸਵੀ ਵਿੱਚ ਚੌਧਰੀ ਬੀਰ ਖਾਨ ਦੇ ਘਰ ਹੋਇਆ ਸੀਗਾ, ਅਤੇ ਜੋ ਇਹਨਾਂ ਦਾ ਦਾਦਕਾ ਪਿੰਡ ਸੀ ਉਹ ਤੋਲੇ ਨੰਗਲ, ਜੋ ਕਿ ਅੰਮ੍ਰਿਤਸਰ ਦੇ ਵਿੱਚ ਹੈ। ਫਿਰ ਇਹਨਾਂ ਦੀ ਸਕੂਲੀ ਪੜ੍ਹਾਈ ਦੇ ਬਾਰੇ ਦੱਸਿਆ ਕਿ ਉਹਨਾਂ ਨੇ ਸਕੂਲੀ ਪੜ੍ਹਾਈ ਕਿੱਥੋਂ ਕੀਤੀ, ਔਰ ਅੰਤ ਵਿੱਚ 1955 ਵਿੱਚ ਆਪ ਜੀ ਅਕਾਲ ਚਲਾਣਾ ਕਰ ਗਏ ਸੀ। ਇਹਨਾਂ ਦੀ 1955 ਦੇ ਵਿੱਚ ਮੌਤ ਹੋ ਗਈ ਸੀ ਬਾਬੂ ਫਿਰੋਜ਼ਦੀਨ ਸਰਫ ਦੀ। ਅੱਗੇ ਕੁਝ ਕਵਿਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਕੁਝ ਕਵਿਤਾਵਾਂ ਹੈ ਉਹਨਾਂ ਦੀਆਂ, ਜਿਵੇਂ ਦੁੱਖਾਂ ਦੇ ਕਿਰਨੇ, ਲਾਲਾਂ ਦੀਆਂ ਲੜੀਆਂ, ਸਰਫ ਹੁਲਾਰੇ, ਇਹ ਉਹਨਾਂ ਦੁਆਰਾ ਲਿਖੀਆਂ ਗਈਆਂ ਰਚਨਾਵਾਂ ਹੈ, ਜਿਨ੍ਹਾਂ ਕਰਕੇ ਉਹਨਾਂ ਨੂੰ ਪੰਜਾਬੀ ਜਗਤ ਦੇ ਵਿੱਚ ਵਿਸ਼ੇਸ਼ ਸਥਾਨ ਹਾਸਿਲ ਕੀਤਾ ਗਿਆ ਸੀ, ਜਾਂ ਉਹਨਾਂ ਨੂੰ ਵਿਸ਼ੇਸ਼ ਸਥਾਨ ਮਿਲਿਆ ਸੀਗਾ। ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਆਪਾਂ 12ਵੀਂ ਕਲਾਸ ਦੇ ਵਿੱਚ ਕਵਿਤਾਵਾਂ ਦਿੱਤੀਆਂ ਹੈ ਉਹਨਾਂ ਦੇ ਬਾਰੇ ਪੜ੍ਹਾਂਗੇ। ਜਿਵੇਂ ਕਿ ਪਹਿਲੀ ਕਵਿਤਾ ਹੈ ਅਰਸ਼ੀ ਦੀਵਾਲੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਕਵਿਤਾ ਨੂੰ ਪੜ੍ਹਨ ਜਾ ਰਹੇ ਹਾਂ, ਆਪਾਂ ਨੂੰ ਉਹਦਾ ਨਾਮ ਪਤਾ ਹੋਣਾ ਚਾਹੀਦਾ ਕਿ ਇਹਦੇ ਨਾਮ ਦਾ ਅਰਥ ਕੀ ਹੈ, ਇਹਦੇ ਨਾਮ ਦਾ ਕੀ ਮਤਲਬ ਨਿਕਲਦਾ ਹੈ। ਜਿਵੇਂ ਕਿ ਇਸ ਕਵਿਤਾ ਦਾ ਨਾਮ ਹੈ ਅਰਸ਼ੀ ਦੀਵਾਲੀ। ਤਾਂ ਇੱਕ ਸ਼ਬਦ ਹੈ ਅਰਸ਼ੀ। ਅਰਸ਼ੀ ਦਾ ਮਤਲਬ ਕੀ ਹੁੰਦਾ ਹੈ? ਅਰਸ਼ੀ ਤੋਂ ਭਾਵ ਹੈ ਆਸਮਾਨ ਦਾ, ਆਸਮਾਨੀ। ਠੀਕ ਹੈ। ਅਰਸ਼ ਆਸਮਾਨ ਨੂੰ ਕਹਿੰਦੇ, ਜਿਵੇਂ ਆਪਾਂ ਕਹਿੰਦੇ ਨਾ ਕਦੇ ਅਰਸ਼ਾਂ 'ਤੇ ਕਦੇ ਫਰਸ਼ਾਂ 'ਤੇ। ਫਰਸ਼ ਯਾਨੀ ਕਿ ਜ਼ਮੀਨ, ਅਰਸ਼ ਯਾਨੀ ਕਿ ਆਸਮਾਨ। ਤਾਂ ਅਰਸ਼ੀ ਦਾ ਮਤਲਬ ਹੈ ਆਸਮਾਨੀ, ਔਰ ਦੀਵਾਲੀ ਦਾ ਮਤਲਬ ਦੀਵਾਲੀ, ਜੋ ਦੀਪਾਵਲੀ। ਠੀਕ ਹੈ, ਇੱਕ ਤਿਉਹਾਰ ਹੁੰਦਾ ਹੈ। ਮੈਂ ਵਿੱਚ ਵਿੱਚ ਹਿੰਦੀ ਦੇ ਸ਼ਬਦ ਇਸ ਲਈ ਯੂਜ਼ ਕਰਦਾ ਕਿਉਂਕਿ ਕਈ ਵਿਦਿਆਰਥੀਆਂ ਨੂੰ ਪਿਓਰ ਪੰਜਾਬੀ ਦੇ ਵਰਡ ਸਮਝ ਨਹੀਂ ਆਉਂਦੇ, ਇਸ ਕਰਕੇ। ਠੀਕ ਹੈ ਜੀ। ਅਰਸ਼ੀ ਦੀਵਾਲੀ ਤੋਂ ਭਾਵ ਹੈ ਆਸਮਾਨੀ ਦੀਵਾਲੀ। ਤਾਂ ਉਹ ਆਪਾਂ ਨੂੰ ਜਦੋਂ ਕਵਿਤਾ ਪੜ੍ਹਾਂਗੇ ਉਹਦੇ ਵਿੱਚ ਆਪਾਂ ਨੂੰ ਪਤਾ ਚੱਲੂਗਾ ਕਿ ਇਹਦੇ ਵਿੱਚ ਕੀ ਕੁਛ ਹੈ, ਕਿਵੇਂ ਹੈ। ਤਾਂ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਤਾਂ ਕਿ ਤੁਹਾਨੂੰ ਕਵਿਤਾ ਸਮਝਣ ਦੇ ਵਿੱਚ ਆਸਾਨੀ ਹੋਵੇ, ਇਸ ਦੀ ਵਿਆਖਿਆ ਸਮਝਣ ਦੇ ਵਿੱਚ ਤੁਹਾਨੂੰ ਆਸਾਨੀ ਹੋਵੇ। ਇਸ ਲਈ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਕਵਿਤਾ ਦੇ ਵਿੱਚ ਕਵੀ ਬਾਬੂ ਫਿਰੋਜ਼ਦੀਨ ਸਰਫ ਨੇ ਅੰਮ੍ਰਿਤਸਰ ਦੇ ਵਿੱਚ ਜੋ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਤਾਂ ਅੰਮ੍ਰਿਤਸਰ ਜੋ ਸਰੋਵਰ ਹੈ, ਗੁਰਦੁਆਰੇ ਦੇ ਵਿੱਚ ਸਰੋਵਰ ਬਣਿਆ ਹੋਇਆ ਹੈ, ਉਹਦੇ ਵਿੱਚ ਜਦੋਂ ਪਟਾਕੇ ਚੱਲਦੇ ਹੈ, ਪਟਾਕਿਆਂ ਦੀ ਆਸਮਾਨ ਦੇ ਵਿੱਚ ਆਤਿਸ਼ਬਾਜ਼ੀ ਹੁੰਦੀ ਹੈ, ਉਹਨਾਂ ਦੀ ਜੋ ਰੋਸ਼ਨੀ ਜਦੋਂ ਪਾਣੀ ਦੇ ਵਿੱਚ ਦਿਖਾਈ ਦਿੰਦੀ ਹੈ ਨਾ, ਤਾਂ ਉਸ ਵੇਲੇ ਦਾ ਵਰਣਨ ਕੀਤਾ ਹੈ ਇਸ ਦੇ ਵਿੱਚ। ਠੀਕ ਹੈ। ਉਹਨਾਂ ਨੂੰ ਅਲੱਗ ਅਲੱਗ ਉਹਨਾਂ ਦੀ ਤੁਲਨਾ ਕੀਤੀ ਹੈ ਅਲੱਗ ਅਲੱਗ ਚੀਜ਼ਾਂ ਨਾਲ ਉਸ ਪਾਣੀ ਦੀ, ਕਿਉਂਕਿ ਆਸਮਾਨ ਦੇ ਵਿੱਚ ਚੱਲਦੀਆਂ ਹੋਈਆਂ ਆਤਿਸ਼ਬਾਜ਼ੀਆਂ ਇੰਨੀਆਂ ਸੋਹਣੀਆਂ ਲੱਗਦੀਆਂ ਪਾਣੀ ਦੇ ਵਿੱਚ ਰੋਸ਼ਨੀ, ਤਾਂ ਉਹਨਾਂ ਨੂੰ ਅਲੱਗ ਅਲੱਗ ਤੁਲਨਾਵਾਂ ਦੇ ਕੇ ਪੇਸ਼ ਕੀਤਾ ਹੈ ਕਵੀ ਨੇ। ਠੀਕ ਹੈ ਜੀ। ਤਾਂ ਆਪਾਂ ਪੜ੍ਹਦੇ ਹਾਂ ਕਿ ਹਰੀ ਮੰਦਰ ਦੇ ਨਿੱਤਰੇ ਜਲ ਅੰਦਰ, ਡਾਢੀ ਲਾਈਏ ਮੌਜ ਸਿਤਾਰਿਆਂ ਨੇ। ਹਰੀ ਮੰਦਰ, ਹਰੀ ਮੰਦਰ ਤੋਂ ਭਾਵ ਕੀ ਹੈ? ਹਰੀ ਮੰਦਰ ਸਾਹਿਬ ਅੰਮ੍ਰਿਤਸਰ ਨੂੰ ਕਹਿੰਦੇ ਹੈ। ਫਿਰ ਅੱਗੇ ਸ਼ਬਦ ਹੈ ਨਿੱਤਰੇ। ਨਿੱਤਰੇ ਤੋਂ ਭਾਵ ਹੈ ਸਾਫ ਸੁਥਰਾ। ਹਰੀ ਮੰਦਰ ਦੇ ਨਿੱਤਰੇ ਜਲ ਅੰਦਰ, ਡਾਢੀ ਲਾਈਏ ਮੌਜ ਸਿਤਾਰਿਆਂ ਨੇ। ਡਾਢੀ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ, ਮੌਜ ਦਾ ਮਤਲਬ ਮੌਜ ਮਸਤੀ ਕਰਨਾ। ਕਿ ਹਰੀ ਮੰਦਰ ਦੇ ਨਿੱਤਰੇ ਜਲ ਅੰਦਰ, ਯਾਨੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਜੋ ਸਾਫ ਸੁਥਰਾ ਹੈ
ਉਹਦੇ ਪਾਣੀ ਦੇ ਵਿੱਚ ਡਾਢੀ ਦਾ ਮਤਲਬ ਬਹੁਤ ਜ਼ਿਆਦਾ ਸਿਤਾਰਿਆਂ ਨੇ ਮੌਜ ਲਾ ਰੱਖੀ ਹੈ। ਠੀਕ ਹੈ। ਹਰਿਮੰਦਰ ਦੇ ਜੋ ਸਾਫ਼ ਸੁਥਰਾ ਜਲ ਹੈ ਸਰੋਵਰ ਦੇ ਵਿੱਚ, ਉਹਦੇ ਵਿੱਚ ਜੋ ਸਿਤਾਰਿਆਂ ਦੀ ਆਸਮਾਨ ਦੇ ਵਿੱਚ ਅਤਿਸ਼ਬਾਜ਼ੀ ਹੋ ਰਹੀ ਹੈ, ਉਹ ਸਿਤਾਰਿਆਂ ਦੀ ਜੋ ਚਮਕ ਪਾਣੀ ਦੇ ਵਿੱਚ ਦਿਖਾਈ ਦੇ ਰਹੀ ਹੈ, ਉਹਨੇ ਇੱਕ ਵੱਖਰੀ ਤਰ੍ਹਾਂ ਦੀ ਮੌਜ ਲਗਾ ਰੱਖੀ ਹੈ। ਔਰ ਉਹਨੂੰ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿੱਦਾਂ ਬੰਨ੍ਹ ਕੇ ਤੇ ਆਪੋ ਵਿੱਚ ਜਿਵੇਂ ਲਾਈਆਂ ਹੋਈਆਂ ਨੇ ਟੁੱਬੀਆਂ ਸਾਰਿਆਂ ਨੇ। ਜਿੱਦਾਂ ਦਾ ਮਤਲਬ ਹੁੰਦਾ ਜਿੱਦ ਕਰ ਲੈਣਾ, ਕਿਸੇ ਨਾਲ ਜਿੱਦ ਕਰ ਲੈਣਾ। ਠੀਕ ਹੈ। ਆਪੋ ਵਿੱਚ ਯਾਨੀ ਕਿ ਆਪਸ ਦੇ ਵਿੱਚ, ਲਾਈਆਂ ਹੋਈਆਂ ਨੇ ਟੁੱਬੀਆਂ, ਟੁੱਬੀ ਤੋਂ ਭਾਵ ਹੁੰਦਾ ਡੁਬਕੀ ਲਗਾਉਣਾ। ਆਪਾਂ ਹਿੰਦੀ 'ਚ ਵੇਖਦੇ ਨਾ ਡੁਬਕੀ ਲਗਾਉਣਾ, ਪਾਣੀ ਦੇ ਵਿੱਚ ਟੁੱਬੀ ਮਾਰਨਾ। ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਸ ਦੇ ਵਿੱਚ ਸਾਰਿਆਂ ਨੇ ਇੱਕ ਦੂਜੇ ਨਾਲ ਜਿੱਦ ਕਰਕੇ ਪਾਣੀ ਦੇ ਵਿੱਚ ਟੁੱਬੀਆਂ ਲਾਈਆਂ ਹੋਈਆਂ ਹੋਣ। ਠੀਕ ਹੈ ਜੀ। ਇਸ ਪੈਰੇ ਨੂੰ ਫਿਰ ਦੁਬਾਰ ਤੋਂ ਦੇਖੋ। ਹਰਿਮੰਦਰ ਦੇ ਨਿੱਤਰੇ ਜਲ ਅੰਦਰ ਡਾਢੀ ਲਾਈਏ ਮੌਜ ਸਿਤਾਰਿਆਂ ਨੇ। ਕਿ ਹਰਿਮੰਦਰ ਸਾਹਿਬ ਦੇ ਵਿੱਚ ਜੋ ਸਾਫ਼ ਸੁਥਰਾ ਪਾਣੀ ਹੈ, ਉਹਦੇ ਵਿੱਚ ਸਿਤਾਰਿਆਂ ਨੇ ਬਹੁਤ ਜ਼ਿਆਦਾ ਮੌਜ ਲਾ ਰੱਖੀ ਹੈ। ਸਿਤਾਰੇ ਚਮਕਦੇ ਹੋਏ ਬਹੁਤ ਸੋਹਣੇ ਲੱਗ ਰਹੇ ਹੈ। ਜਿੱਦਾਂ ਬੰਨ੍ਹ ਕੇ ਤੇ ਆਪੋ ਵਿੱਚ ਜਿਵੇਂ ਲਾਈਆਂ ਹੋਈਆਂ ਨੇ ਟੁੱਬੀਆਂ ਸਾਰਿਆਂ ਨੇ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਸ ਦੇ ਵਿੱਚ ਜਿੱਦ ਕਰਕੇ, ਇੱਕ ਦੂਜੇ ਨਾਲ ਸਿਤਾਰਿਆਂ ਨੇ ਜਿੱਦ ਕਰਕੇ ਪਾਣੀ ਦੇ ਵਿੱਚ ਟੁੱਬੀਆਂ ਲਾ ਰੱਖੀਆਂ ਹੋਣ। ਉਸ ਤੋਂ ਅੱਗੇ ਕਵੀ ਕੀ ਕਹਿੰਦਾ ਹੈ? ਕੀਤੀ ਹੋਈ ਹੈ ਸੀਨੇ ਦੀ ਅੱਗ ਠੰਡੀ। ਕੀਤੀ ਹੋਈ ਹੈ ਸੀਨੇ ਦੀ ਅੱਗ ਠੰਡੀ, ਗੋਤੇ ਮਾਰ ਕੇ ਜਾਂ ਪ੍ਰੇਮ ਅੰਗਿਆਰਿਆਂ ਨੇ। ਸੀਨੇ ਤੋਂ ਭਾਵ ਹੈ ਸਰੀਰ, ਸੀਨੇ ਦਾ ਮਤਲਬ ਸਰੀਰ, ਗੋਤੇ ਦਾ ਮਤਲਬ ਹੁੰਦਾ ਗੋਤਾ ਮਾਰਨਾ, ਯਾਨੀ ਕਿ ਡੁਬਕੀ ਹੁੰਦਾ ਇੱਕ ਤਰ੍ਹਾਂ ਦਾ, ਡੁਬਕੀ ਲਗਾਉਣਾ ਪਾਣੀ ਦੇ ਵਿੱਚ। ਠੀਕ ਹੈ। ਗੋਤਾਖੋਰ ਨਹੀਂ ਹੁੰਦੇ ਪਾਣੀ ਵਿੱਚ ਡੁਬਕੀ ਲਗਾਉਣ ਵਾਲੇ, ਉਸ ਤੋਂ ਇਹ ਸ਼ਬਦ ਬਣਿਆ ਗੋਤਾ। ਠੀਕ ਹੈ। ਯਾਨੀ ਕਿ ਡੁਬਕੀ ਲਗਾਉਣਾ। ਪ੍ਰੇਮ ਅੰਗਿਆਰਿਆਂ ਨੇ। ਕੀਤੀ ਹੋਈ ਹੈ ਸੀਨੇ ਦੀ ਅੱਗ ਠੰਡੀ, ਗੋਤੇ ਮਾਰ ਕੇ ਜਾਂ ਪ੍ਰੇਮ ਅੰਗਿਆਰਿਆਂ ਨੇ। ਜਾਂ ਉਹ ਚਮਕਦੇ ਹੋਏ ਸਿਤਾਰੇ ਪਾਣੀ ਵਿੱਚ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪ੍ਰੇਮ ਦੇ ਅੰਗਿਆਰਿਆਂ ਨੇ, ਅੰਗਿਆਰੇ ਹੁੰਦੇ ਆ ਜਿਵੇਂ ਅੱਗ ਦਾ ਅੰਗਿਆਰਾ ਨਹੀਂ ਹੁੰਦਾ, ਉਹਨੂੰ ਕਹਿੰਦੇ ਆ ਕਿ ਪ੍ਰੇਮ ਦੇ ਅੰਗਿਆਰਿਆਂ ਨੇ ਪਾਣੀ ਦੇ ਵਿੱਚ ਗੋਤਾ ਮਾਰ ਕੇ, ਡੁਬਕੀ ਮਾਰ ਕੇ, ਜਿਵੇਂ ਆਪਣੇ ਸੀਨੇ ਦੀ ਅੱਗ ਠੰਡੀ ਕੀਤੀ ਹੋਵੇ, ਆਪਣੇ ਸਰੀਰ ਦੀ ਅੱਗ ਠੰਡੀ ਕੀਤੀ ਹੋਵੇ, ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਠੀਕ ਹੈ। ਕਵੀ ਨੂੰ ਕਿਵੇਂ ਮਹਿਸੂਸ ਹੋ ਰਿਹਾ ਸਿਤਾਰੇ ਪਾਣੀ ਦੇ ਵਿੱਚ ਚਮਕਦੇ ਹੋਏ ਦੇਖ ਕੇ? ਕਿ ਜਿਵੇਂ ਪ੍ਰੇਮ ਦੇ ਅੰਗਿਆਰਿਆਂ ਨੇ ਪਾਣੀ ਦੇ ਵਿੱਚ ਗੋਤੇ ਮਾਰ ਕੇ ਆਪਣੇ ਸੀਨੇ ਦੀ ਅੱਗ ਠੰਡੀ ਕੀਤੀ ਹੋਵੇ। ਪਾਣੀ ਦੇ ਵਿੱਚ ਕਵੀ ਨੂੰ ਕਿਹੜੇ ਸਿਤਾਰੇ ਨਜ਼ਰ ਆ ਰਹੇ ਹੈ? ਕਿਉਂਕਿ ਦੀਵਾਲੀ ਵਾਲੇ ਦਿਨ ਜੋ ਅੰਮ੍ਰਿਤਸਰ ਦੇ ਵਿੱਚ ਆਸਮਾਨ 'ਚ ਅਤਿਸ਼ਬਾਜ਼ੀ ਹੋ ਰਹੀ ਹੈ, ਉਹ ਅਤਿਸ਼ਬਾਜ਼ੀ ਦੀ ਜੋ ਚਮਕ ਹੈ ਉਹ ਜਦੋਂ ਪਾਣੀ 'ਚ ਦਿਖਾਈ ਦਿੰਦੀ ਹੈ, ਉਸ ਵੇਲੇ ਦਾ ਵਰਣਨ ਕਰ ਰਿਹਾ ਕਵੀ। ਫਿਰ ਅੱਗੇ ਕੀ ਕਹਿੰਦਾ? ਗੁਰੂ ਚਰਨਾਂ ਦੀ ਸ਼ਰਨ ਜਾਂ ਲਈ ਹੋਈ ਹੈ, ਅਰਸ਼ੋਂ ਆਣ ਕੇ ਮਹਾ ਦੁਖਿਆਰਿਆਂ ਨੇ। ਗੁਰੂ ਚਰਨ ਦੀ ਸ਼ਰਨ ਜਾਂ ਲਈ ਹੋਈ ਹੈ, ਜਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਰਨ ਲੈ ਲਈ ਹੋਵੇ। ਅਰਸ਼ੋਂ ਆਣ ਕੇ, ਅਰਸ਼ ਦਾ ਮਤਲਬ ਆਸਮਾਨ, ਯਾਨੀ ਕਿ ਆਸਮਾਨ ਤੋਂ ਆਣ ਕੇ ਮਹਾ ਦੁਖਿਆਰਿਆਂ ਨੇ, ਜਿਹਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਹੋਵੇ, ਮਹਾ ਦੁਖਿਆਰੇ ਲੋਕ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮਹਾ ਦੁਖਿਆਰਿਆਂ ਨੇ, ਮਹਾ ਦੁਖਿਆਰੇ ਲੋਕਾਂ ਨੇ ਆਸਮਾਨ ਤੋਂ ਆ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲਈ ਹੋਵੇ, ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਉਸ ਤੋਂ ਅਗਲੇ ਪੈਰੇ ਵਿੱਚ ਕਵੀ ਕੀ ਕਹਿੰਦਾ ਹੈ ਕਿ ਸੁੱਟੇ ਹੋਏ ਨੇ ਮੋਤੀ ਜਾਂ ਕਰਨੀਆਂ ਦੇ, ਅੰਮ੍ਰਿਤਸਰ ਵਿੱਚ ਰੱਬੀ ਪਿਆਰਿਆਂ ਨੇ। ਕਿ ਸਿਤਾਰਿਆਂ ਨੂੰ ਵੇਖ ਕੇ ਮੈਨੂੰ ਇਸ ਤਰ੍ਹਾਂ ਵੀ ਮਹਿਸੂਸ ਹੋ ਰਿਹਾ ਪਾਣੀ ਦੇ ਵਿੱਚ ਕਿ ਜਿਵੇਂ ਸੁੱਟੇ ਹੋਏ ਨੇ ਮੋਤੀ ਕਰਨੀਆਂ ਦੇ। ਮੋਤੀ ਇੱਕ ਤਰ੍ਹਾਂ ਦਾ ਆਭੂਸ਼ਣ ਹੁੰਦਾ ਹੈ। ਠੀਕ ਹੈ। ਆਭੂਸ਼ਣਾਂ ਦੇ ਵਿੱਚ ਹੀਰੇ ਮੋਤੀ ਨਹੀਂ ਜੜੇ ਜਾਂਦੇ, ਉਸ ਤਰ੍ਹਾਂ ਦਾ ਗਹਿਣਾ ਹੁੰਦਾ ਇੱਕ। ਕਿ ਸੁੱਟੇ ਹੋਏ ਨੇ ਮੋਤੀ ਕਰਨੀਆਂ ਦੇ। ਕਰਨੀ ਦਾ ਮਤਲਬ ਹੁੰਦਾ ਕਰਾਮਾਤ। ਠੀਕ ਹੈ। ਆਪਾਂ ਕਹਿੰਦੇ ਨਾ ਉਹ ਸੰਤ ਬਹੁਤ ਕਰਨੀ ਵਾਲਾ ਹੈ, ਜਾਂ ਉਹ ਵਿਅਕਤੀ ਬਹੁਤ ਕਰਨੀ ਵਾਲਾ ਹੈ। ਕਰਨੀ ਮਤਲਬ ਕਰਾਮਾਤ ਕਰਨਾ। ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਣੀ ਕਰਾਮਾਤਾਂ ਦੇ, ਆਪਣੀ ਕਰਨੀਆਂ ਦੇ ਮੋਤੀ ਪਾਣੀ ਦੇ ਵਿੱਚ ਸਿੱਟੇ ਹੋਏ ਹੋਣ। ਅੰਮ੍ਰਿਤਸਰ ਵਿੱਚ ਰੱਬੀ ਪਿਆਰਿਆਂ ਨੇ। ਰੱਬੀ ਪਿਆਰੇ ਕਿਹਨਾਂ ਨੂੰ ਕਹਿੰਦੇ ਆ? ਰੱਬ ਦੀ ਭਗਤੀ ਕਰਨ ਵਾਲੇ ਰੱਬੀ ਪਿਆਰੇ, ਜੋ ਸੰਤ ਮਹਾਤਮਾ ਲੋਕ ਹੁੰਦੇ ਆ। ਕਿ ਪਾਣੀ ਦੇ ਵਿੱਚ ਸਿਤਾਰੇ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਰੱਬੀ ਪਿਆਰਿਆਂ ਨੇ, ਯਾਨੀ ਕਿ ਰੱਬ ਦੀ ਭਗਤੀ ਕਰਨ ਵਾਲੇ ਸੰਤ ਮਹਾਤਮਾ ਨੇ ਆਪਣੀ ਕਰਨੀਆਂ ਦੇ, ਆਪਣੀਆਂ ਕਰਾਮਾਤਾਂ ਦੇ ਮੋਤੀ ਸਿੱਟ ਦਿੱਤੇ ਹੋਣ। ਜਾਂ ਇਹ ਸੱਚੀ ਪ੍ਰੀਤ ਦੇ ਹਾਰ ਚਮਕਣ, ਝਿਲਮਿਲ ਲਾਈਏ ਹੀਰਿਆਂ ਨਿਆਰਿਆਂ ਨੇ। ਜਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਸੱਚੀ ਪ੍ਰੀਤ ਦੇ ਹਾਰ ਚਮਕ ਰਹੇ ਹੋਣ। ਸੱਚੀ ਪ੍ਰੀਤ ਦਾ ਮਤਲਬ ਹੁੰਦਾ ਪਿਆਰ। ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਸੱਚੇ ਪਿਆਰ ਦੇ ਹਾਰ ਚਮਕ ਰਹੇ ਹੋਣ। ਹਾਰ ਦਾ ਮਤਲਬ ਹੁੰਦਾ ਮਾਲਾ, ਇੱਕ ਗਲ 'ਚ ਪਾਉਣ ਵਾਲੀ ਇੱਕ ਮਾਲਾ ਹੁੰਦੀ ਨਾ, ਹਾਰ। ਝਿਲਮਿਲ ਲਾਈਏ ਹੀਰੇ ਨਿਆਰਿਆਂ ਨੇ। ਕਿ ਇਹਨਾਂ ਵਿੱਚ ਲੱਗੇ ਹੋਏ ਹੀਰਿਆਂ ਨੇ ਜਿਵੇਂ ਝਿਲਮਿਲ ਲਾ ਰੱਖੀ ਹੋਵੇ। ਝਿਲਮਿਲ ਤੋਂ ਭਾਵ ਹੁੰਦਾ ਹੈ ਕਿ ਝਿਲਮਿਲਾਣਾ, ਚਮਕਣਾ। ਠੀਕ ਹੈ।
ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਸੱਚੇ ਪਿਆਰ ਦੇ ਹਾਰ ਪਾਣੀ ਦੇ ਵਿੱਚ ਪਏ ਚਮਕ ਰਹੇ ਹੋਣ ਔਰ ਇਹਨਾਂ ਵਿੱਚ ਲੱਗੇ ਹੋਏ ਹੀਰਿਆਂ ਨੇ ਝਿਲਮਿਲ ਲਾ ਰੱਖੀ ਹੋਵੇ ਜਾਂ ਬਹੁਤ ਜ਼ਿਆਦਾ ਚਮਕ ਰਹੇ ਹੋਣ। ਉਸ ਤੋਂ ਅੱਗੇ ਕਵੀ ਕਹਿੰਦਾ ਹੈ ਕਿ ਕੀਤੇ ਹੋਏ ਨੇ ਬਾਬੇ ਦੀ ਚਰਨ ਭੇਟਾਂ। ਕੀ ਕਹਿੰਦਾ ਹੈ? ਕੀਤੇ ਹੋਏ ਨੇ ਬਾਬੇ ਦੀ ਚਰਨ ਭੇਟਾਂ, ਸਵਰਗੀ ਲਾਲ ਜਾਂ ਰੱਬੀ ਵਣਜਾਰਿਆਂ ਨੇ। ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਬਾਬੇ ਦੇ ਚਰਨਾਂ ਦੇ ਵਿੱਚ ਸਵਰਗੀ ਲਾਲ ਭੇਂਟ ਕਰ ਦਿੱਤੇ ਹੋਣ। ਠੀਕ ਹੈ, ਸਵਰਗੀ ਲਾਲ ਕੀ ਹੁੰਦਾ? ਸਵਰਗੀ ਲਾਲ ਤੋਂ ਮਤਲਬ ਇੱਕ ਲਾਲ ਪੱਥਰ ਹੁੰਦਾ ਹੈ ਜੋ ਕਿ ਸਵਰਗ ਦੇ ਵਿੱਚ ਪਾਇਆ ਜਾਂਦਾ ਹੈ। ਰੱਬੀ ਵਣਜਾਰਿਆਂ ਨੇ, ਰੱਬੀ ਵਣਜਾਰਿਆਂ ਤੋਂ ਭਾਵ ਵੀ ਇਹੀ ਹੈ ਕਿ ਰੱਬ ਦੀ ਭਗਤੀ ਕਰਨ ਵਾਲੇ ਲੋਕਾਂ ਨੇ, ਕਿ ਰੱਬ ਦੀ ਭਗਤੀ ਕਰਨ ਵਾਲੇ ਲੋਕਾਂ ਨੇ ਜੋ ਸਵਰਗ ਦੇ ਲਾਲ ਪੱਥਰ ਹੈ, ਸਵਰਗੀ ਲਾਲ ਹੈ, ਉਹ ਬਾਬੇ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੱਤੇ ਹੋਣ। ਲਾਲ ਪੱਥਰ ਹੁੰਦੇ ਸਵਰਗ ਦੇ ਵਿੱਚ ਚਮਕਣ ਵਾਲੇ। ਠੀਕ ਹੈ, ਉਹਨਾਂ ਦਾ ਉਦਾਹਰਣ ਦਿੱਤਾ ਹੈ, ਉਹਨਾਂ ਦੀ ਤੁਲਨਾ ਕਰ ਰਿਹਾ ਕਵੀ ਸਿਤਾਰਿਆਂ ਦੇ ਨਾਲ, ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਰੱਬੀ ਵਣਜਾਰਿਆਂ ਨੇ, ਯਾਨੀ ਕਿ ਰੱਬ ਦੀ ਭਗਤੀ ਕਰਨ ਵਾਲੇ ਲੋਕਾਂ ਨੇ ਜੋ ਸਵਰਗੀ ਲਾਲ ਹੈ ਉਹ ਬਾਬੇ ਦੀ ਚਰਨਾਂ ਵਿੱਚ ਭੇਟ ਕਰ ਦਿੱਤੇ ਹੋਣ। ਜਾਂ ਇਹ ਇਸ਼ਕ ਹਕੀਕੀ ਦੇ ਚੰਗਿਆੜੇ ਦੱਬੇ ਹੋਏ ਨੇ ਗੁਰਦੁਆਰਿਆਂ ਦੀ। ਠੀਕ ਹੈ, ਚੰਗਿਆੜੇ ਵੀ ਕਿਹਨੂੰ ਕਹਿੰਦੇ ਆ? ਅੰਗਾਰੇ ਨੂੰ, ਜੋ ਅੱਗ ਦੇ ਅੰਗਿਆਰੇ ਹੁੰਦੇ ਨਾ ਉਹਨਾਂ ਨੂੰ ਚੰਗਿਆੜੇ ਕਿਹਾ ਜਾਂਦਾ ਹੈ। ਜਾਂ ਇਹ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਸ਼ਕ ਹਕੀਕੀ ਦੇ, ਦੇਖੋ ਇਸ਼ਕ ਹਕੀਕੀ ਸ਼ਬਦ ਕੀ ਹੁੰਦਾ? ਇਸ਼ਕ ਹਕੀਕੀ ਦਾ ਭਾਵ ਹੁੰਦਾ ਹੈ ਕਿ ਰੱਬ ਨਾਲ ਪਿਆਰ ਕਰਨਾ। ਠੀਕ ਹੈ, ਕਿ ਇਹ ਇਸ਼ਕ ਹਕੀਕੀ ਦੇ ਰੱਬੀ ਪਿਆਰ ਦੇ ਚੰਗਿਆੜੇ ਜਿਵੇਂ ਗੁਰਦੁਆਰਿਆਂ ਦੇ ਵਿੱਚ ਦੱਬੇ ਹੋਏ ਹੋਣ, ਇਸ ਤਰ੍ਹਾਂ ਇਹ ਚਮਕਦੇ ਹੋਏ ਸਿਤਾਰੇ ਪ੍ਰਤੀਤ ਹੋ ਰਹੇ ਹਨ। ਠੀਕ ਹੈ ਜੀ, ਅੰਮ੍ਰਿਤਸਰ ਦੇ ਸਰੋਵਰ ਵਿੱਚ ਜੋ ਚਮਕਦੇ ਹੋਏ ਸਿਤਾਰੇ ਹੈ, ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਰੱਬੀ ਪਿਆਰ ਦੇ ਚੰਗਿਆੜੇ ਦੱਬੇ ਹੋਏ ਹੋਣ ਗੁਰਦੁਆਰਿਆਂ ਦੇ ਵਿੱਚ। ਇਸ਼ਕ ਹਕੀਕੀ ਦਾ ਮਤਲਬ ਹੁੰਦਾ ਰੱਬ ਨਾਲ ਪਿਆਰ ਕਰਨਾ। ਜਾਂ ਇਹ ਬੁਲਬੁਲੇ ਹਵਾ ਤੋਂ ਡਰੀ ਬੈਠੇ, ਜਾਂ ਇਹ ਬੁਲਬੁਲੇ ਹਵਾ ਤੋਂ ਡਰੀ ਬੈਠੇ, ਲੱਭ ਲਿਆਏ ਓਲਾ ਵਿਚਾਰਿਆਂ ਨੇ। ਦੇਖੋ ਬੁਲਬੁਲੇ, ਬੁਲਬੁਲੇ ਕੀ ਹੁੰਦਾ ਹੈ? ਗੁਬਾਰੇ ਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਬੁਲਬੁਲਾ। ਠੀਕ ਹੈ, ਗੁਬਾਰੇ। ਜਾਂ ਇਹ ਬੁਲਬੁਲੇ ਹਵਾ ਤੋਂ ਡਰੀ ਬੈਠੇ, ਇੱਥੇ ਹਵਾ ਲਿਖਿਆ ਸੀ। ਠੀਕ ਹੈ, ਯਾਨੀ ਕਿ ਐਵੇਂ ਮਹਿਸੂਸ ਹੋ ਰਿਹਾ, ਕਵੀ ਕਹਿੰਦਾ ਕਿ ਇਹ ਗੁਬਾਰੇ ਜਾਂ ਇਹ ਬੁਲਬੁਲੇ ਹਵਾ ਤੋਂ ਡਰੀ ਬੈਠੇ ਹੈ, ਕਿਉਂਕਿ ਹਵਾ ਦੇ ਵਿੱਚ ਆ ਕੇ ਬੁਲਬੁਲਾ ਟੁੱਟ ਜਾਂਦਾ ਹੈ। ਠੀਕ ਹੈ, ਤਾਂ ਇਹ ਹਵਾ ਤੋਂ ਡਰ ਕੇ ਇਹ ਬੁਲਬੁਲੇ ਲੱਭ ਲਿਆ ਹੈ ਓਲਾ ਵਿਚਾਰਿਆਂ ਨੇ। ਓਲਾ ਦਾ ਭਾਵ ਹੁੰਦਾ ਛੁਪਣ ਦੀ ਥਾਂ, ਲੁਕਣ ਲਈ ਥਾਂ। ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਚਮਕਦੇ ਹੋਏ ਗੁਬਾਰਿਆਂ ਨੇ, ਚਮਕਦੇ ਹੋਏ ਬੁਲਬੁਲਿਆਂ ਨੇ ਹਵਾ ਤੋਂ ਡਰ ਕੇ ਇੱਕ ਓਲਾ ਲੱਭ ਲਿਆ ਹੈ, ਇਹ ਪਾਣੀ ਦੇ ਵਿੱਚ ਛੁਪ ਕੇ ਬੈਠੇ ਹੈ। ਕੀ ਬੈਠੇ ਪਾਣੀ ਦੇ ਵਿੱਚ ਛੁਪ ਕੇ? ਅੰਮ੍ਰਿਤਸਰ ਦੇ ਵਿੱਚ ਜੋ ਦੀਵਾਲੀ ਦੀ ਆਤਿਸ਼ਬਾਜ਼ੀ ਦੀ ਰੋਸ਼ਨੀ ਹੋ ਰਹੀ ਹੈ ਉਹ ਪਾਣੀ ਵਿੱਚ ਦਿਖ ਰਹੀ ਹੈ, ਉਹਦਾ ਵਰਣਨ ਕਰ ਰਿਹਾ ਕਵੀ। ਠੀਕ ਹੈ, ਮੈਂ ਵਾਰ-ਵਾਰ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਜਦੋਂ ਆਸਮਾਨ ਦੇ ਵਿੱਚ ਆਤਿਸ਼ਬਾਜ਼ੀ ਚੱਲ ਰਹੀ ਹੈ, ਉਹਦੇ ਜੋ ਚਮਕ ਹੈ, ਸਿਤਾਰੇ ਹੈ, ਜੋ ਰੰਗ ਬਿਰੰਗੀ ਰੋਸ਼ਨੀ ਹੈ, ਜਦੋਂ ਪਾਣੀ 'ਚ ਨਜ਼ਰ ਆਉਂਦੀ ਹੈ ਤਾਂ ਉਹ ਪਾਣੀ ਦੇ ਵਿੱਚ ਉਹਦੀ ਪਰਛਾਈ ਦਿਖ ਰਹੀ ਹੈ, ਉਸ ਪਰਛਾਈ ਦੀ ਤੁਲਨਾ ਕਰ ਰਿਹਾ ਕਵੀ। ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਬੁਲਬੁਲਿਆਂ ਨੇ ਹਵਾ ਤੋਂ ਡਰ ਕੇ ਪਾਣੀ ਦੇ ਵਿੱਚ ਓਲਾ ਲੱਭ ਲਿਆ ਹੈ। ਉਸ ਤੋਂ ਅੱਗੇ ਕਵੀ ਕਹਿੰਦਾ ਖੇਡ ਨੂੰ ਦੇ ਖੇਡਣ ਲਈ ਮੱਛੀਆਂ ਨੂੰ, ਜਾਂ ਇਹ ਅੰਬਰੋਂ ਦਿੱਤੇ ਸਿਤਾਰਿਆਂ ਨੇ। ਠੀਕ ਹੈ, ਉਸ ਤੋਂ ਅੱਗੇ ਕਵੀ ਕਹਿ ਰਿਹਾ ਹੈ ਖੇਣੂ ਨੂੰ ਦੇ ਖੇਡਣ ਲਈ ਮੱਛੀਆਂ ਨੂੰ। ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਮੱਛੀਆਂ ਨੂੰ ਖੇਡਣ ਨੂੰ, ਖੇਣੂ ਦਾ ਭਾਵ ਹੁੰਦਾ ਹੈ ਇੱਕ ਖਿੱਦੋ ਯਾਨੀ ਕਿ ਗੇਂਦ। ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਮੱਛੀਆਂ ਨੂੰ ਖੇਡਣ ਲਈ ਗੇਂਦ ਦੇ ਦਿੱਤੀ ਹੋਵੇ। ਗੇਂਦ ਤੋਂ ਭਾਵ ਬੋਲ। ਠੀਕ ਹੈ, ਜਿਹਨੂੰ ਆਪਾਂ ਬੋਲ ਕਹਿੰਦੇ, ਕ੍ਰਿਕਟ ਬੋਲ ਨਹੀਂ ਹੁੰਦੀ। ਕਿ ਮੱਛੀਆਂ ਨੂੰ ਖੇਡਣ ਲਈ ਅੰਬਰੋਂ ਦਿੱਤੇ ਸਿਤਾਰਿਆਂ ਨੇ। ਅੰਬਰੋਂ ਦਾ ਭਾਵ ਆਸਮਾਨ। ਠੀਕ ਹੈ ਜੀ, ਅੰਬਰ ਦਾ ਭਾਵ ਆਸਮਾਨ। ਕਿ ਆਸਮਾਨ ਦੇ ਸਿਤਾਰਿਆਂ ਨੇ ਮਛਲੀਆਂ ਨੂੰ ਖੇਡਣ ਲਈ ਕੋਈ ਚਮਕਦੀਆਂ ਹੋਈਆਂ ਗੇਂਦਾਂ ਦੇ ਦਿੱਤੀਆਂ ਹੁਣ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਇਹ ਸਿਤਾਰਿਆਂ ਨੂੰ ਦੇਖ ਕੇ। ਉਸ ਤੋਂ ਅੱਗੇ ਕਵੀ ਕੀ ਕਹਿੰਦਾ ਹੈ? ਕਵੀ ਕਹਿੰਦਾ ਹੈ ਕਿ ਜਾਂ ਇਹ ਬੇੜੀਆਂ ਤਾਰੀਆਂ ਨੂਰ ਦੀਆਂ, ਸ਼ਰਤਾਂ ਲਾ ਸਰਦਾਲੂਆਂ ਸਾਰਿਆਂ ਨੇ। ਬੇੜੀ, ਬੇੜੀ ਕਿਹਨੂੰ ਕਿਹਾ ਜਾਂਦਾ ਹੈ? ਕਿਸ਼ਤੀ ਨੂੰ। ਤਾਰੀਆਂ, ਤਾਰੀਆਂ ਦਾ ਮਤਲਬ ਤੈਰਨਾ। ਠੀਕ ਹੈ, ਪਾਣੀ ਦੇ ਵਿੱਚ ਤੈਰਨਾ। ਬੇੜੀਆਂ ਕਹਿੰਦੇ ਆ ਕਿਸ਼ਤੀਆਂ ਨੂੰ। ਕਿ ਜਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜੋ ਕਿਸ਼ਤੀਆਂ ਹੈ, ਠੀਕ ਹੈ, ਉਹ ਸ਼ਰਧਾਲੂਆਂ ਨੇ ਸ਼ਰਤਾਂ ਲਾ ਕੇ ਪਾਣੀ ਦੇ ਵਿੱਚ ਤਾਰ ਦਿੱਤੀਆਂ ਹੁਣ। ਨੂਰ ਦੀਆਂ ਕਿਸ਼ਤੀਆਂ, ਨੂਰ ਦੀਆਂ ਤੋਂ ਭਾਵ ਹੈ ਨੂਰ ਕਹਿੰਦੇ ਰੋਸ਼ਨੀ ਨੂੰ, ਜੋ ਬਹੁਤ ਤੇਜ਼ ਇੱਕ ਚਮਕ ਵਾਲੀ ਰੋਸ਼ਨੀ ਹੁੰਦੀ ਹੈ। ਠੀਕ ਹੈ, ਕਵੀ ਕੀ ਕਹਿ ਰਿਹਾ? ਜਾਂ ਇਹ ਬੇੜੀਆਂ ਤਾਰੀਆਂ ਨੂਰ ਦੀਆਂ, ਸ਼ਰਤਾਂ ਲਾ ਸਰਦਾਲੂਆਂ ਸਾਰਿਆਂ ਨੇ। ਕਿ ਚਮਕਦੇ ਹੋਏ ਸਿਤਾਰਿਆਂ ਨੂੰ ਪਾਣੀ ਵਿੱਚ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਸ਼ਰਧਾਲੂਆਂ ਨੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਸ਼ਰਤਾਂ ਲਾ ਕੇ ਜਿਵੇਂ ਨੂਰ ਦੀਆਂ ਬੇੜੀਆਂ ਪਾਣੀ ਵਿੱਚ ਤਾਰ ਦਿੱਤੀਆਂ ਹੁਣ। ਨੂਰ ਤੋਂ ਭਾਵ ਹੈ ਰੋਸ਼ਨੀ ਦੀਆਂ ਬੇੜੀਆਂ। ਬੇੜੀਆਂ ਕਹਿੰਦੇ ਕਿਸ਼ਤੀ ਨੂੰ। ਠੀਕ ਹੈ, ਕਿ ਜਿਵੇਂ ਸ਼ਰਧਾਲੂਆਂ ਨੇ ਆਪਸ ਦੇ ਵਿੱਚ ਸ਼ਰਤਾਂ ਲਾ ਕੇ
ਇੱਕ ਰੋਸ਼ਨੀ ਦੀਆਂ ਨੂਰ ਦੀਆਂ ਕਿਸ਼ਤੀਆਂ ਪਾਣੀ ਦੇ ਵਿੱਚ ਤਾਰ ਦਿੱਤੀਆਂ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ। ਜਾਂ ਇਹ ਜਲ ਨਹੀਂ ਸ਼ੀਸ਼ੇ ਦੀ ਕੰਧ ਵਿੱਚੋਂ ਝਾਤ ਪਾਈਏ ਸਵਰਗੀ ਨਜ਼ਾਰਿਆਂ ਨੇ। ਕਵੀ ਕਹਿੰਦਾ ਹੈ ਕਿ ਜਾਂ ਇਹ ਜਲ ਨਹੀਂ ਸ਼ੀਸ਼ੇ ਦੀ ਕੰਧ, ਦੇਖੋ ਸ਼ਬਦ ਹੈ ਕੰਧ, ਕੰਧ ਕਹਿੰਦੇ ਦੀਵਾਰ ਨੂੰ। ਕਵੀ ਕਹਿੰਦਾ ਕਿ ਜਾਂ ਇਹ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਇਹ ਪਾਣੀ ਨਹੀਂ ਬਲਕਿ ਸ਼ੀਸ਼ੇ ਦੀ ਇੱਕ ਕੰਧ ਹੈ, ਸ਼ੀਸ਼ੇ ਦੀ ਇੱਕ ਦੀਵਾਰ ਹੈ ਜਿਸ ਵਿੱਚੋਂ ਝਾਤ ਪਾਈ। ਝਾਤ ਪਾਈ ਦਾ ਮਤਲਬ ਹੁੰਦਾ ਦਿਖਾਈ ਦੇ ਰਹੀ ਹੈ, ਠੀਕ ਹੈ, ਜਿਸ ਵਿੱਚੋਂ ਦਿਖਾਈ ਦੇ ਰਿਹਾ ਹੈ ਸਵਰਗੀ ਨਜ਼ਾਰਿਆਂ ਨੇ, ਕਿ ਜਿਸ ਦੇ ਵਿੱਚੋਂ ਸਵਰਗ ਦੇ ਨਜ਼ਾਰੇ ਦਿਖਾਈ ਦੇ ਰਹੇ ਹੈ। ਯਾਨੀ ਕਿ ਪਾਣੀ ਦੇ ਵਿੱਚ ਚਮਕਦੇ ਹੋਏ ਸਿਤਾਰੇ ਇਸ ਤਰ੍ਹਾਂ ਲੱਗ ਰਹੇ ਹੈ ਜਿਵੇਂ ਇਹ ਜਲ ਨਾ ਹੋ ਕੇ ਇੱਕ ਸ਼ੀਸ਼ੇ ਦੀ ਕੰਧ ਹੋਵੇ ਔਰ ਉਸ ਦੇ ਪਾਰ ਸਵਰਗ ਦੇ ਨਜ਼ਾਰੇ ਦਿਖਾਈ ਦੇ ਰਹੇ ਹੋਣ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਉਸ ਤੋਂ ਅੱਗੇ ਕਵੀ ਕਹਿੰਦਾ ਹੈ ਬਰਖਾ ਨੂਰ ਦੀ ਲਾਉਣੀ ਹੈ ਜਿੰਨਾ ਤੜਕੇ ਸੀਸ ਕੱਢੇ ਜਾ ਉਹਨਾਂ ਫੁਆਰਿਆਂ ਨੇ। ਬਰਖਾ, ਬਰਖਾ ਕਹਿੰਦੇ ਆ ਬਾਰਿਸ਼ ਨੂੰ, ਮੀਂਹ ਪੈਣਾ, ਠੀਕ ਹੈ, ਬਰਸਾਤ। ਨੂਰ ਦਾ ਮਤਲਬ ਰੋਸ਼ਨੀ, ਤੜਕੇ ਦਾ ਮਤਲਬ ਸਵੇਰੇ। ਕਵੀ ਕਹਿੰਦਾ ਹੈ ਕਿ ਜਿਨ੍ਹਾਂ ਨੇ ਸਵੇਰੇ ਆਪਣੇ ਨੂਰ ਦੀ, ਆਪਣੇ ਚਮਕ ਦੀ ਬਾਰਿਸ਼ ਕਰਨੀ ਹੈ, ਸੀਸ ਕੱਢੇ ਉਹਨਾਂ ਫੁਆਰਿਆਂ ਨੇ। ਸ਼ੀਸ਼ ਦਾ ਮਤਲਬ ਹੁੰਦਾ ਸਿਰ, ਕੱਢੇ ਦਾ ਮਤਲਬ ਬਾਹਰ ਕੱਢ ਰੱਖੇ, ਚੱਕ ਰੱਖਿਆ। ਫੁਆਰੇ ਤੁਸੀਂ ਸਮਝਦੇ ਹੋ, ਫੁਆਰੇ ਨਹੀਂ ਹੁੰਦੇ ਪਾਣੀ ਵਾਲੇ, ਕਿ ਜਿਨ੍ਹਾਂ ਬਰਖਾ ਨੂਰ ਦੀ ਲਾਉਣੀ ਹੈ ਜਿੰਨਾ ਤੜਕੇ, ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਫੁਹਾਰਿਆਂ ਨੇ ਆਪਣੇ ਨੂਰ ਦੇ, ਆਪਣੇ ਚਮਕ ਦੀ ਬਾਰਿਸ਼ ਕਰਨੀ ਹੈ, ਉਹਨਾਂ ਨੇ ਆਪਣੇ ਜਿਵੇਂ ਕਿ ਸਿਰ ਕੱਢ ਰੱਖੇ ਹੋਣ, ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਠੀਕ ਹੈ। ਆ ਲੈਣਾ ਦੁਆਰ ਤੋਂ ਦੇਖੋ, ਬਰਖਾ ਨੂਰ ਦੀ ਲਾਉਣੀ ਹੈ ਜਿੰਨਾ ਤੜਕੇ, ਕਿ ਜਿਨ੍ਹਾਂ ਨੇ ਸਵੇਰੇ ਆਪਣੇ ਨੂਰ ਦੀ, ਆਪਣੇ ਚਮਕ ਦੀ ਬਾਰਿਸ਼ ਕਰਨੀ ਹੈ, ਸੀਸ ਕੱਢੇ ਜਾਂ ਉਹਨਾਂ ਫੁਹਾਰਿਆਂ ਨੇ, ਕਿ ਜਿਵੇਂ ਉਹਨਾਂ ਫੁਹਾਰਿਆਂ ਨੇ ਆਪਣੇ ਸਿਰ ਕੱਢ ਰੱਖੇ ਹੋਣ, ਇਸ ਤਰ੍ਹਾਂ ਮਹਿਸੂਸ ਹੋ ਰਿਹਾ ਪਾਣੀ ਦੇ ਵਿੱਚ ਚਮਕਦੇ ਹੋਏ ਸਿਤਾਰੇ ਦੇਖ ਕੇ। ਲਾਇਆ ਹੋਇਆ ਇਹ ਮੀਨਾ ਬਾਜ਼ਾਰ ਜਾਂ ਇਹ ਰਾਤ ਰਾਣੀ ਦੇ ਨੈਣਾ ਸ਼ਿੰਗਾਰਿਆਂ ਨੇ। ਜਾਂ ਪਾਣੀ ਦੇ ਵਿੱਚ ਚਮਕਦੇ ਹੋਏ ਸਿਤਾਰੇ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਰਾਤ ਰਾਣੀ ਦੇ ਨੈਣਾ ਨੇ ਮੀਨਾ ਬਾਜ਼ਾਰ ਲਾ ਰੱਖਿਆ ਹੋਵੇ, ਠੀਕ ਹੈ। ਨੈਣਾ ਕਹਿੰਦੇ ਅੱਖਾਂ ਨੂੰ, ਕਿ ਪਾਣੀ ਵਿੱਚ ਚਮਕਦੇ ਹੋਏ ਸਿਤਾਰਿਆਂ ਦੀ ਰੋਸ਼ਨੀ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਰਾਤ ਰਾਣੀ ਦੇ ਨੈਣਾ ਨੇ ਇੱਕ ਮੀਨਾ ਬਾਜ਼ਾਰ ਲਾ ਰੱਖਿਆ ਹੋਵੇ। ਉਸ ਤੋਂ ਅੱਗੇ ਕਵੀ ਕੀ ਕਹਿੰਦਾ, ਚਾਦਰ ਪਾਣੀ ਦੀ ਖਿਸਕੀ ਏ ਜਰਾ ਮੂੰਹ ਤੋਂ, ਲੋੜਾ ਘੱਤ ਦਿੱਤਾ ਹੈ ਹੰਸ਼ਿਆਰਿਆਂ ਨੇ, ਠੀਕ ਹੈ। ਲੋੜਾ ਘੱਤ ਦਿੱਤਾ ਦਾ ਮਤਲਬ ਹੁੰਦਾ ਹੈ ਜ਼ਾਲਿਮਾਂ ਦੁਆਰਾ ਜ਼ੁਲਮਾਂ ਦੀ ਹੱਦ ਕਰ ਦੇਣੀ, ਯਾਨੀ ਕਿ ਬਹੁਤ ਜ਼ਿਆਦਾ ਹੋ ਜਾਣਾ, ਠੀਕ ਹੈ, ਬਹੁਤ ਜ਼ਿਆਦਾ ਅਤਿਆਚਾਰ ਹੋ ਜਾਣਾ। ਕਿ ਪਾਣੀ ਦੀ ਚਮਕ, ਰੋਸ਼ਨੀ ਇੰਨੀ ਜ਼ਿਆਦਾ ਚਮਕ ਰਹੀ ਹੈ, ਇੰਨਾ ਮਤਲਬ ਪਾਣੀ ਚਮਕ ਰਿਹਾ ਹੈ ਸਰੋਵਰ ਦੇ ਵਿੱਚ ਸਿਤਾਰਿਆਂ ਕਰਕੇ, ਕਿ ਜਿਵੇਂ ਜ਼ਾਲਮਾਂ ਨੇ ਜ਼ੁਲਮਾਂ ਦੀ ਹੱਦ ਹੀ ਕਰ ਦਿੱਤੀ ਹੋਵੇ। ਨਜਾਇਜ਼ ਹੀ ਸੋਹਣਾ ਲੱਗ ਰਿਹਾ ਹੈ, ਬਹੁਤ ਹੀ ਜ਼ਿਆਦਾ ਉਹ ਚਮਕਦਾ ਹੋਇਆ ਪਾਣੀ ਸੋਹਣਾ ਲੱਗ ਰਿਹਾ ਹੈ। ਲਾਸਟ ਵਿੱਚ ਕਵੀ ਕੀ ਕਹਿੰਦਾ, ਨਹੀਂ ਨਹੀਂ ਸਰਫ ਦੀਵਾਲੀ ਹੈ ਬਾਲੀ ਹੋਈ, ਹਰੀ ਮੰਦਰ ਸਰੋਵਰ ਵਿੱਚ ਤਾਰਿਆਂ ਨੇ। ਲਾਸਟ ਵਿੱਚ ਕਵੀ ਕਹਿੰਦਾ ਨਹੀਂ ਨਹੀਂ, ਇਹ ਨਾ ਤਾਂ ਰਾਤ ਰਾਣੀ ਦੇ ਨੈਣ ਹੈ, ਨਾ ਕੋਈ ਸ਼ਰਧਾਲੂਆਂ ਨੇ ਕਿਸ਼ਤੀਆਂ ਤਾਰੀਆਂ ਹੈ, ਨਾ ਕੋਈ ਸਵਰਗ ਦੇ ਨਜ਼ਾਰੇ ਹੈ, ਬਲਕਿ ਇਹ ਅੰਮ੍ਰਿਤਸਰ ਦੇ ਵਿੱਚ ਜੋ ਲੋਕਾਂ ਨੇ ਦੀਵਾਲੀ ਬਾਲੀ ਹੋਈ ਹੈ, ਲੋਕ ਪਟਾਕੇ ਚਲਾ ਰਹੇ, ਅਤਿਸ਼ਬਾਜ਼ੀ ਚਲਾ ਰਹੇ, ਉਹਨਾਂ ਦੀ ਇਹ ਰੋਸ਼ਨੀ ਨਜ਼ਰ ਆ ਰਹੀ ਹੈ ਪਾਣੀ ਦੇ ਵਿੱਚ, ਇਹ ਹੋਰ ਕੁਝ ਨਹੀਂ ਹੈ, ਠੀਕ ਹੈ ਜੀ। ਇਹ ਕਵਿਤਾ ਤੁਸੀਂ ਸਮਝ ਹੀ ਗਏ ਹੋਵੋਗੇ। ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੋ ਦੀਵਾਲੀ ਮਨਾਈ ਜਾਂਦੀ ਹੈ ਉਸ ਦਾ ਵਰਣਨ ਕੀਤਾ ਹੈ ਕਿ ਕਿਵੇਂ ਆਸਮਾਨ ਦੇ ਵਿੱਚ ਰੰਗ ਬਿਰੰਗੀ ਪਟਾਕਿਆਂ ਦੀ ਰੋਸ਼ਨੀ ਪਾਣੀ ਦੇ ਵਿੱਚ ਜਦੋਂ ਦਿਖਾਈ ਦਿੰਦੀ ਹੈ, ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਕਿਵੇਂ ਦਿਖਾਈ ਦਿੰਦੀ ਹੈ, ਤਾਂ ਉਹ ਜਿਹੜੀ ਚਮਕ ਹੈ ਸਿਤਾਰਿਆਂ ਦੀ, ਉਹਦੀਆਂ ਵੱਖੋ ਵੱਖ ਤੁਲਨਾਵਾਂ ਕੀਤੀਆਂ, ਅਲੱਗ-ਅਲੱਗ ਉਪਮਾ ਦੇ ਕੇ। ਕਵੀ ਕਦੇ ਕਿਸ ਚੀਜ਼ ਨਾਲ ਤੁਲਨਾ ਕਰ ਰਿਹਾ, ਕਦੇ ਕਿਸ ਚੀਜ਼ ਨਾਲ ਤੁਲਨਾ ਕਰ ਰਿਹਾ, ਕਦੇ ਕਹਿੰਦਾ ਸਵਰਗ ਦੇ ਨਜ਼ਾਰੇ ਲੱਗਦੇ ਆ, ਕਦੇ ਕਹਿੰਦਾ ਨੂਰ ਦੀਆਂ ਕਿਸ਼ਤੀਆਂ ਲੱਗਦਾ, ਕਦੇ ਕਹਿੰਦਾ ਰਾਤ ਰਾਣੀ ਦੇ ਨੈਣ ਲੱਗਦੇ ਹੈ। ਇਸ ਤਰੀਕੇ ਅਲੱਗ-ਅਲੱਗ ਚੀਜ਼ਾਂ ਨਾਲ ਤੁਲਨਾ ਕਰ ਰਿਹਾ ਹੈ। ਲਾਸਟ ਵਿੱਚ ਕਵੀ ਕਹਿੰਦਾ ਕਿ ਇਹ ਹੋਰ ਕੁਝ ਨਹੀਂ ਬਲਕਿ ਇਹ ਤਾਂ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਬਾਲੀ ਹੋਈ ਹੈ ਉੱਥੋਂ ਦੇ ਲੋਕਾਂ ਨੇ, ਠੀਕ ਹੈ ਜੀ। ਤਾਂ ਇਹ ਤਾਂ ਸੀ ਅਰਸ਼ੀ ਦੀਵਾਲੀ। ਬਾਬੂ ਫਿਰੋਜ਼ਦੀਨ ਸਰਫ ਦੀ ਜੋ ਅਗਲੀ ਕਵਿਤਾ ਹੈ ਇਸੇ ਚੌਥੇ ਲੈਸਨ ਦੇ ਵਿੱਚ, ਉਹ ਹੈ ਮੈਂ ਪੰਜਾਬੀ, ਠੀਕ ਹੈ ਜੀ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਮੈਂ ਪੰਜਾਬੀ, ਕਿ ਇਹਦੇ ਵਿੱਚ ਪੰਜਾਬੀ ਜੋ ਕਿ ਆਪਣੀ ਮਾਂ ਬੋਲੀ ਹੈ, ਪੰਜਾਬੀ ਬੋਲੀ ਦੀ ਤਾਰੀਫ ਕਰ ਰਿਹਾ ਕਵੀ। ਪੰਜਾਬੀ ਬੋਲੀ ਦੀ ਤਾਰੀਫ ਦੇ ਵਿੱਚ ਕੀ ਕਹਿੰਦਾ ਹੈ, ਉਹ ਆਪਣੇ ਪੰਜਾਬੀ ਹੋਣ ਨੂੰ ਇਸ ਕਵਿਤਾ ਦੇ ਵਿੱਚ ਕਿਵੇਂ ਪ੍ਰਗਟਾ ਰਿਹਾ ਹੈ, ਉਹ ਆਪਾਂ ਪੜ੍ਹਦੇ ਹਾਂ। ਦੇਖੋ ਇਹਦੇ ਵਿੱਚ ਕਵੀ ਕੀ ਕਹਿੰਦਾ ਹੈ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ। ਕਵੀ ਕੀ ਕਹਿ ਰਿਹਾ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ, ਕਿ ਮੈਂ ਇੱਕ ਪੰਜਾਬੀ ਹਾਂ ਕਿਉਂਕਿ ਮੈਂ ਪੰਜਾਬ ਦੇ ਵਿੱਚ ਰਹਿਣ ਵਾਲਾ ਹਾਂ। ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਦੇਖੋ ਇੱਕ ਸ਼ਬਦ ਹੈ ਪੇਂਡੂ, ਪੇਂਡੂ ਕਿਹਨੂੰ ਕਹਿੰਦੇ ਆ, ਜੋ ਪਿੰਡ ਵਿੱਚ ਰਹਿੰਦੇ ਆ, ਜਿਹਨੂੰ ਹਿੰਦੀ ਵਿੱਚ ਗ੍ਰਾਮੀਣ ਕਹਿੰਦੇ ਆ, ਠੀਕ ਹੈ। ਪੇਂਡੂ ਕਹਿੰਦੇ ਪਿੰਡ ਵਿੱਚ ਰਹਿਣਾ, ਸ਼ਹਿਰੀ ਜੋ ਸ਼ਹਿਰ ਵਿੱਚ ਰਹਿੰਦੇ ਆ। ਕਵੀ ਕਹਿੰਦਾ ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਢੰਗ ਦਾ ਮਤਲਬ ਤੌਰ ਤਰੀਕਾ,
कि वैसे तो मैं पेंडू हाँ, पिंड दे विच रहने वाला, लेकिन जो मेरा तौर तरीका है, मेरा रहन सहन है, वो शहरियां वर्गा है, शहरी लोगों वर्गा है। ठीक है जी। उस तो अगे कवि की कहता है, समझा फारसी उर्दू भी खूब बोला, कि मैं फारसी बोली भी समझ लेना है और उर्दू भी बोल लेना है। मैं फारसी बोली ਨੂੰ भी चंगी तरह समझ लेना है और उर्दू भी बोल लेना है, उर्दू भी खूब बोलदा हाँ। थोड़ी बहुती अंग्रेजी भी अंगदा हाँ। अंगदा का मतलब समझदा। कवि कहना कि मैनू थोड़ी बहुत अंग्रेजी भी समझ आती है, मैं थोड़ी बहुत अंग्रेजी भी बोल लेना है। उस तो अगे कवि की कहता है, बोली अपनी नाल प्यार रखां, ये गल आखणों कदे ना संगदा हाँ। कि मैं अपनी बोली दे नाल, अपनी बोली किहड़ी है? पंजाबी, माँ बोली पंजाबी, कि मैं इस अपनी बोली पंजाबी दे नाल बहुत ज़्यादा प्यार रखदा हाँ। ये गल आखणों, आखणों का मतलब होंदा कहण तो, संगदा का मतलब शर्मिंदा होना, कि ये मैं गल कहण तो कदे नहीं संगदा, कदे नहीं शर्माउंदा, कि जो पंजाबी है वो मेरी माँ बोली है और मैं पंजाबी नूं बहुत ज़्यादा प्यार करता हाँ। ठीक है। कभी कहना मैं उर्दू भी बोल लेना, फारसी भी समझ लेना, थोड़ी बहुत अंग्रेजी भी समझ लेना, लेकिन जो पंजाबी बोली के प्रति मेरा प्यार है उसकी मैं बहुत ज़्यादा रिस्पैक्ट करता हाँ। ये गल मैं कहणों कदे भी नहीं संगदा। उस तो अगे कवि की कहता है, मोती किसे सुहागण दी नथ दा मैं, कि मैं अपने आप नूं किसी सुहागण की नथ का मोती समझदा। सुहागण किनू कहते हैं? जो ब्याही हुई इस्त्री होंगी है, विवाहिता होंगी है। ठीक है, उन्होंने कहते सुहागण। नथ एक नक का गहना होंदा, नक विच पाया जाता। कवि कहता कि मैं अपने आप नूं किसी सुहागण की नथ का मोती समझदा हाँ। टुकड़ा किसी पंजाबण की वंग का, जां मैं अपने आप नूं किसी पंजाबण की वंग का टुकड़ा समझदा। पंजाबण पंजाब विच रहने वाली कुड़ी या औरत, वंग कहते हैं चूड़ियां नूं। ठीक है, कि मैं अपने आप नूं किसी पंजाबण की वंग का, किसी पंजाबण की चूड़ी का टुकड़ा समझदा हाँ। उस तो अगे कवि की कहता है कि मिले मान पंजाबी नूं देश अंदर, आशक मुढ़ों मैं इस उमंग दा हाँ। कि मैं चाहुंदा हाँ कि पंजाबी बोली नूं इस देश दे विच मान सम्मान मिले। जिवें दूजियां भाषावां नूं बहुत ज़्यादा उच्चा अहुदा मिलिया होया, उवें पंजाबी नूं भी मान सम्मान मिले, क्योंकि अजकल दे लोग पंजाबी भुलते जा रहे हैं, पंजाबी बहुत मतलब उन्होंने पिछे रह गई है। तो कवि चाहुंदा कि पंजाबी बोली नूं भी अपने देश 'च बहुत सारा मान सम्मान मिले। आशक मुढ़ों मैं इस उमंग दा हाँ। आशक तुहानूं पता ही है सारिਆਂ ਨੂੰ, ठीक है, इश्क करन वाले। उमंग का मतलब होंदा ख्वाहिश, इच्छा, कि मैं इस इच्छा का आशिक हाँ कि मेरी माँ बोली पंजाबी नूं देश के अंदर मान सम्मान मिले। वारिश शाह ते बुल्ले दे रंग अंदर, डोब डोब के जिंदगी रंगदा हाँ। वारिश शाह सूफी कवि है, बुल्ले शाह भी एक सूफी कवि है, सारे जानते हैं तुसी। ठीक है, बुल्ले शाह दीयां काफियां बहुत प्रसिद्ध है और वारिस शाह ने हीर रांझा लिखिया सीगा, तुहानूं पता ही है। कवि कहता है कि मैं वारिस शाह ते बुल्ले शाह नूं पढ़दा होया अपनी जिंदगी नूं उन्हां दे रंग विच रंग रिहा हाँ। भाव कि मैं उन्हां वर्गा बनना चाहुंदा हाँ, उन्हां दे असूलां उत्ते चलना चाहुंदा हाँ। उस तो अगे कवि कहता है कि रवां इत्थे ते यूपी विच करां गल्लां, कि रवां इत्थे ते यूपी विच करां गल्लां, ऐसी अकल नूं छिक्के टंगदा हाँ। कि मैं रवां इत्थे ते गल्लां करां यूपी विच, यूपी तो भाव है हिंदी विच जां कोई होर भाषावां दे विच, दूजियां भाषावां विच। कवि कहता मैं रवां पंजाब दे विच और गल्लां करां दूजियां भाषावां दे विच, ऐसी अकल नूं मैं छिक्के टंगदा हाँ। ठीक है, ऐसी अकल नूं कवि कहता छिक्के टंगदा। छिक्का किहनूं कहंदे आ? छिक्का एक बर्तन हुंदा है, जिवें एक ਉਹਦੇ ਰੱਸੀਆਂ ਬੰਨੀਆਂ ਹੁੰਦੀਆਂ, ਉਹਨੂੰ ਕਿਤੇ ਤਾਰ ਦੇ ਟੰਗ ਦਿੰਦੇ ਆ। ਪਿੰਡਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਛਿੱਕਾ, ਉਹਦੇ ਵਿੱਚ ਕੋਈ ਰੋਟੀਆਂ ਵਗੈਰਾ ਪਾ ਕੇ ਜਾਂ ਕੋਈ ਸਮਾਨ ਰੱਖ ਕੇ ਉੱਪਰ ਟੰਗ ਦਿੰਦੇ ਆ ਤਾਰ ਦੇ ਜਾਂ ਕਿੱਲੀ ਦੇ, ਤਾਂ ਕਿ ਕੋਈ ਬਿੱਲੀ ਜਾਂ ਕੋਈ ਚੂਹਾ ਉਹਨੂੰ ਨੁਕਸਾਨ ਨਾ ਪਹੁੰਚਾਵੇ। ਤਾਂ ਕਵੀ ਕਹਿੰਦਾ ਕਿ ਮੈਂ ਇਹੋ ਜਿਹੀ ਅਕਲ ਨੂੰ ਛਿੱਕੇ ਟੰਗਦਾ ਹਾਂ ਜਿਹੜੀ ਮੈਨੂੰ ਪੰਜਾਬੀ ਬੋਲੀ ਛੱਡ ਕੇ ਦੂਜੀਆਂ ਬੋਲੀਆਂ ਬੋਲਣ ਲਈ ਪ੍ਰੇਰਿਤ ਕਰਦੀ ਹੈ। ਠੀਕ ਹੈ, ਐਸੀ ਅਕਲ ਨੂੰ ਮੈਂ ਛਿੱਕੇ ਟੰਗ ਰਿਹਾ। ਛਿੱਕਾ ਤੁਸੀਂ ਸਮਝੇ, ਇੱਕ ਬਰਤਨ ਹੁੰਦਾ ਹੈ ਟੰਗਿਆ ਹੋਇਆ, ਠੀਕ ਹੈ, ਉਹਦੇ ਵਿੱਚ ਸਮਾਨ ਰੱਖਿਆ ਜਾਂਦਾ ਹੈ। ਕਵੀ ਕਹਿੰਦਾ मैं पंजाबी पंजाब दा सर्फ सेवक, सदा खैर पंजाबी दी मंगदा हाँ। कि मैं पंजाबी हाँ, पंजाबी बोली का सेवक हाँ, सेवा करने वाला हाँ, और मैनू मान है कि मैं पंजाबी हैं। मैं सदा पंजाबी की खैर मंगदा हाँ, सलामती मंगदा हाँ, कि मेरी माँ बोली पंजाबी नूं देश विच मान सम्मान मिले, इनू मैं बहुत अगे तक लैके जावां और इसकी कदर करां। ठीक है, तो इस दे विच माँ बोली पंजाबी की अहमियत के बारे दस्सिया गया सीगा, पंजाबी बोली की तारीफ की सी। उस तो अगे देखो इसके प्रश्न उत्तर देखो। जिमें पहला प्रश्न है, हेठ लिखे किसी एक काव्यबंध की प्रसंग सहित व्याख्या करो। तो दो काव्यबंध दिते, एक आ दिता है, एक आ दिता है। ठीक है, जिमें आप
ਦੂਸਰੇ ਦੀ ਮੈਂ ਤੁਹਾਨੂੰ ਦੱਸਦਾ ਵਿਆਖਿਆ ਕਰਕੇ। ਪਹਿਲਾਂ ਆਪਾਂ ਪ੍ਰਸੰਗ ਲਿਖਾਂਗੇ। ਪ੍ਰਸੰਗ ਵਿੱਚ ਆਪਾਂ ਕੀ ਲਿਖਾਂਗੇ ਕਿ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਕਾਵ ਧਾਰਾ ਭਾਗ ਦੂਜਾ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਦਾ ਨਾਮ ਕੀ ਹੈ? ਮੈਂ ਪੰਜਾਬੀ। ਇਸ ਕਵਿਤਾ ਦਾ ਨਾਮ ਮੈਂ ਪੰਜਾਬੀ ਹੈ। ਇਸ ਦੇ ਕਵੀ ਬਾਬੂ ਫਿਰੋਜ਼ਦੀਨ ਸਰਫ ਹੈ। ਉਹਨਾਂ ਨੇ ਇਸ ਕਵਿਤਾ ਵਿੱਚ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਦੇ ਬਾਰੇ ਦੱਸਿਆ ਹੈ। ਤਾਂ ਇਹ ਹੋ ਗਿਆ ਪ੍ਰਸੰਗ। ਪ੍ਰਸੰਗ ਦੇ ਵਿੱਚ ਦੇਖੋ ਕਵੀ ਦਾ ਨਾਮ, ਕਵਿਤਾ ਦਾ ਨਾਮ ਤੇ ਕਿਤਾਬ ਦਾ ਨਾਮ ਕੋਮਿਆਂ ਦੇ ਵਿੱਚ ਬੰਦ ਕਰ ਦੇਣਾ ਹੈ। ਠੀਕ ਹੈ। ਉਸ ਤੋਂ ਅੱਗੇ ਇਸ ਦੀ ਵਿਆਖਿਆ ਮੈਂ ਤੁਹਾਨੂੰ ਪਿੱਛੇ ਕਰਵਾਈ ਦਿੱਤੀ ਹੈ। ਉਸ ਵਿਆਖਿਆ ਨੂੰ ਤੁਸੀਂ ਸਿੱਧਾ ਉਤਾਰ ਦਿਓਗੇ। ਤਾਂ ਉਸ ਤੋਂ ਅੱਗੇ ਪ੍ਰਸ਼ਨ ਹੈ, ਅਰਸ਼ੀ ਦੀਵਾਲੀ ਕਵਿਤਾ ਵਿੱਚ ਕਿਸ ਦੀ ਸ਼ੋਭਾ ਬਿਆਨ ਕਰਦੀ ਹੈ ਤੇ ਕਿਉਂ? ਠੀਕ ਹੈ। ਪ੍ਰਸ਼ਨ ਕੀ ਹੈ ਕਿ ਅਰਸ਼ੀ ਦੀਵਾਲੀ ਕਵਿਤਾ ਕਿਸ ਦੀ ਸ਼ੋਭਾ ਬਿਆਨ ਕਰਦੀ ਹੈ ਤੇ ਕਿਉਂ? ਅਰਸ਼ੀ ਦੀਵਾਲੀ ਕਵਿਤਾ ਕਿਸ ਦੀ ਸ਼ੋਭਾ ਬਿਆਨ ਕਰ ਰਹੀ ਹੈ? ਅੰਮ੍ਰਿਤਸਰ ਦੇ ਵਿੱਚ ਜੋ ਦੀਵਾਲੀ ਮਨਾਈ ਜਾ ਰਹੀ ਹੈ, ਜੋ ਆਸਮਾਨ ਦੇ ਵਿੱਚ ਰੰਗ ਬਿਰੰਗੀ ਰੋਸ਼ਨੀ ਹੋ ਰਹੀ ਹੈ, ਅੰਮ੍ਰਿਤਸਰ ਦੀ ਦੀਵਾਲੀ ਦਾ ਵਰਣਨ ਹੋ ਰਿਹਾ ਕਿ ਕਿਸ ਤਰ੍ਹਾਂ ਉਹ ਆਸਮਾਨੀ ਰੋਸ਼ਨੀ ਪਾਣੀ ਦੇ ਵਿੱਚ ਕਿਵੇਂ ਸਿਤਾਰਿਆਂ ਵਾਂਗੂ ਚਮਕਦੀ ਹੋਈ ਪ੍ਰਤੀਤ ਹੁੰਦੀ ਹੈ ਔਰ ਕਿੰਨਾ ਚੰਗਾ ਲੱਗਦਾ ਹੈ। ਉਹਨੂੰ ਵੇਖ ਕੇ ਕਵੀ ਵੱਖ-ਵੱਖ ਤੁਲਨਾਵਾਂ ਕਰਦਾ ਹੈ। ਕਦੇ ਉਹਨੂੰ ਕਹਿੰਦਾ ਕਿ ਸਵਰਗ ਦੀ ਤਰ੍ਹਾਂ ਲੱਗਦੀ ਹੈ, ਕਦੇ ਰਾਤ ਰਾਣੀ ਦੇ ਨੈਣਾਂ ਦੀ ਤਰ੍ਹਾਂ ਲੱਗਦੀ ਹੈ, ਕਦੇ ਨੂਰ ਦੀਆਂ ਕਿਸ਼ਤੀਆਂ ਤਰ ਰਹੀਆਂ ਹੁਣ ਇਸ ਤਰ੍ਹਾਂ ਲੱਗਦਾ ਹੈ, ਕਦੇ ਸਵਰਗ ਦੇ ਲਾਲ ਪੱਥਰ ਲੱਗਦੇ ਹੈ। ਉਹਨੂੰ ਵੱਖੋ-ਵੱਖ ਤੁਲਨਾ ਕਰਕੇ ਉਹਨੂੰ ਪੇਸ਼ ਕੀਤਾ ਗਿਆ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਸਿਤਾਰੇ ਪਾਣੀ ਵਿੱਚ ਚਮਕਦੇ ਹੋਏ। ਉਸ ਤੋਂ ਅੱਗੇ ਪ੍ਰਸ਼ਨ ਹੈ, ਮੈਂ ਪੰਜਾਬੀ ਕਵਿਤਾ ਦਾ ਸਾਰ ਲਿਖੋ। ਤਾਂ ਸਾਰ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਸਾਰ ਦਾ ਭਾਵ ਹੁੰਦਾ ਸਾਰੀ ਕਵਿਤਾ ਦੀ ਵਿਆਖਿਆ ਕਰ ਦੇਣਾ ਕਿ ਮੈਂ ਪੰਜਾਬੀ ਕਵਿਤਾ ਵਿੱਚ ਕਵੀ ਨੇ ਪੰਜਾਬੀ ਬੋਲੀ ਦੀ ਅਹਿਮੀਅਤ ਦੇ ਬਾਰੇ ਦੱਸਿਆ। ਉਹ ਕਹਿੰਦੇ ਕਿ ਮੈਂ ਪੰਜਾਬੀ ਦਾ ਸੇਵਕ ਹਾਂ, ਪੰਜਾਬੀ ਬੋਲੀ ਦੀ ਸਦਾ ਖੈਰ ਮੰਗਦਾ ਹਾਂ। ਮੈਂ ਪਿੰਡ ਦੇ ਵਿੱਚ ਰਹਿਣ ਵਾਲਾ ਹਾਂ, ਪੇਂਡੂ ਹਾਂ, ਲੇਕਿਨ ਮੈਂ ਥੋੜ੍ਹਾ ਬਹੁਤ ਸ਼ਹਿਰੀ ਤੌਰ ਤਰੀਕੇ ਦਾ ਹਾਂ ਔਰ ਮੈਂ ਆਪਣੇ ਆਪ ਨੂੰ ਕਿਸੇ ਪੰਜਾਬਣ ਦੀ ਵੰਗ ਦਾ ਟੁਕੜਾ ਸਮਝਦਾ, ਕਿਸੇ ਪੰਜਾਬਣ ਦੀ ਨੱਥ ਦਾ, ਸੁਹਾਗਣ ਦੀ ਨੱਥ ਦਾ ਮੋਤੀ ਸਮਝਦਾ। ਤਾਂ ਜੋ ਵੀ ਵਿਆਖਿਆ ਕਰਾਈ ਉਹ ਸਾਰੇ ਦੀ ਸਾਰੀ ਇਸ ਦਾ ਸਾਰ ਲਿਖ ਦੇਣੀ ਹੈ। ਅਗਰ ਕੇਂਦਰੀ ਭਾਵ ਪੁੱਛ ਲੈਣ ਤਾਂ ਫਿਰ ਸ਼ਾਰਟ 'ਚ ਲਿਖੀਦਾ। ਚੌਥਾ ਪ੍ਰਸ਼ਨ ਹੈ, ਮੈਂ ਪੰਜਾਬੀ ਕਵਿਤਾ ਵਿੱਚ ਆਏ ਭਾਵਾਂ ਨੂੰ ਬਿਆਨ ਕਰੋ। ਕਿ ਮੈਂ ਪੰਜਾਬੀ ਕਵਿਤਾ ਵਿੱਚ ਕਿਹੜੇ ਭਾਵ ਆਏ ਉਹਨਾਂ ਨੂੰ ਬਿਆਨ ਕਰਨਾ। ਤਾਂ ਮੈਂ ਪੰਜਾਬੀ ਕਵਿਤਾ ਵਿੱਚ ਉਹੀ ਭਾਵ ਆਏ ਹੈ ਕਿ ਕਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਪ੍ਰਤੀ ਆਪਣਾ ਪਿਆਰ ਦਿਖਾ ਰਿਹਾ ਹੈ। ਠੀਕ ਹੈ। ਉਹ ਕਹਿੰਦਾ ਮੈਂ ਚਾਹੇ ਕਿੱਥੇ ਪਹੁੰਚ ਜਾ, ਚਾਹੇ ਮੈਂ ਆਪਣੇ ਆਪ ਨੂੰ ਕਿੰਨਾ ਬਦਲਾਂ, ਲੇਕਿਨ ਮੈਂ ਆਪਣੀ ਮਾਂ ਬੋਲੀ ਦਾ ਹਮੇਸ਼ਾ ਪਿਆਰ ਸਤਿਕਾਰ ਕਰੂੰਗਾ। ਉਹਦੇ ਪ੍ਰਤੀ ਜੋ ਮੇਰਾ ਨਜ਼ਰੀਆ ਉਹ ਹਮੇਸ਼ਾ ਸਤਿਕਾਰ ਵਾਲਾ ਰਹੂਗਾ ਔਰ ਮੈਂ ਚਾਹੁੰਦਾ ਕਿ ਮੈਂ ਇਸ ਬੋਲੀ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂ। ਠੀਕ ਹੈ ਜੀ। ਤਾਂ ਇਹ ਸੀ ਆਪਣੇ 12ਵੀਂ ਕਲਾਸ ਦੇ ਵਿੱਚ ਜੋ ਚੌਥੀ ਕਵਿਤਾ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਦੋ ਕਵਿਤਾਵਾਂ ਸੀ, ਅਰਸ਼ੀ ਦੀਵਾਲੀ ਅਤੇ ਮੈਂ ਪੰਜਾਬੀ। ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਵੇਖਣ ਤੋਂ ਬਾਅਦ ਕਵਿਤਾਵਾਂ ਚੰਗੀ ਤਰ੍ਹਾਂ ਸਮਝ ਆਉਣਗੀਆਂ। ਅਗਰ ਫਿਰ ਵੀ ਕੋਈ ਸ਼ਬਦ ਨਾ ਸਮਝ ਆਵੇ, ਕੋਈ ਲਾਈਨ ਨਾ ਸਮਝ ਆਵੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਅਗਰ ਮੇਰੇ ਬੋਲਣ 'ਚ ਜਾਂ ਸਮਝਾਉਣ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਮਾफ़ੀ ਮੰਗਦਾ ਹਾਂ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਇਸ ਕਲਾਸ ਨੂੰ ਅੱਗੇ ਸ਼ੇਅਰ ਕਰਿਓ, ਲਾਈਕ ਵੀ ਕਰਿਓ। ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਉਦੋਂ ਤੱਕ ਲਈ ਧੰਨਵਾਦ।